Hello students, welcome to the new session. My name is Pooja Kapoor and on the behalf of TV School channel team, we welcome you for the new session. So, ਆਪਾਂ ਆਪਣੇ ਪਿਛਲੇ ਈਅਰ ਦੇ ਵਿੱਚ ਗ੍ਰਾਮਰ ਪੋਰਸ਼ਨ ਜੋ ਹੈ ਡਿਸਕਸ ਕੀਤਾ ਸੀ। ਹੁਣ ਨਾਓ ਨਿਊ ਸੈਸ਼ਨ ਦੇ ਵਿੱਚ ਆਪਾਂ ਲਿਟਰੇਚਰ ਪੋਰਸ਼ਨ ਵੀ ਜੋ ਹੈ ਉਹ ਡਿਸਕਸ ਕਰਾਂਗੇ ਫॉर द 9 10 +1 +2 ਇੰਗਲਿਸ਼ ਸਬਜੈਕਟ। ਸੋ ਅੱਜ ਤੋਂ ਆਪਾਂ ਲਿਟਰੇਚਰ ਸੈਕਸ਼ਨ ਸਟਾਰਟ ਕਰਨ ਜਾ ਰਹੇ ਹਾਂ। ਫॉर ਵੈਲਕਮ ਯੂ फॉर दिस न्यू session. So today we are going to discuss literature section of English subject of class 9th class ਦੇ लिए literature section ਆਪਾਂ discuss ਕਰਨ ਜਾ ਰਹੇ ਹਾਂ English subject ਦਾ। So ਜਿਹੜਾ ਆਪਣਾ ਪਹਿਲਾ chapter ਹੈ that is grooming of a boy. Grooming of a boy मतलब ਇੱਕ ਬੱਚੇ ਨੂੰ ਜਿਵੇਂ ਕਿਵੇਂ ਸੁਧਾਰਨਾ ਹੈ and it is written by Abraham Lincoln. Abraham Lincoln ਜੋ ਹੈ he is the 16th president of the US ਦੇ 16th president ਰਹੇ ਨੇ and he has written this letter grooming of a boy for his son to his teacher. ਆਪਣੇ ਬੱਚੇ ਦੀ ਟੀਚਰ ਨੂੰ ਉਹਨਾਂ ਨੇ ਲੈਟਰ ਲਿਖਿਆ ਹੈ ਔਰ ਇਸ ਲੈਟਰ ਦੇ ਵਿੱਚ ਕਾਫੀ ਸਾਰੇ ਪੁਆਇੰਟਸ ਉਹਨਾਂ ਨੇ ਮੈਂਸ਼ਨ ਕੀਤੇ ਨੇ ਸੋ ਦੈਟ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਇੱਕ ਅੱਛਾ ਇਨਸਾਨ ਬਣ ਸਕੇ। ਐਜ਼ ਆਪਾਂ ਗੱਲ ਕੀਤੀ ਹੈ ਕਿ ਅਬਰਾਹਮ ਲਿੰਕਨ ਨੇ ਲਿਖਿਆ ਹੈ ਸੋ ਇਟ ਇਜ਼ ਦ ਟਾਈਮ ਆਫ ਦ 18th century। 18th century ਦੇ ਵਿੱਚ ਲੈਟਰਸ ਹੀ ਜਿਹੜੇ ਹੈ ਉਹ ਮੋਸਟਲੀ ਯੂਜ਼ ਹੁੰਦੇ ਸੀ। ਚਾਹੇ ਅਸੀਂ ਉਹ ਲੈਟਰ ਆਪਣੇ ਫਰੈਂਡ ਨੂੰ ਲਿਖਣਾ ਹੈ, ਆਪਣੀ ਫੈਮਿਲੀ ਨੂੰ ਲਿਖਣਾ ਹੈ, ਚਾਹੇ ਕਿਸੇ ਨੂੰ ਵੀ ਲਿਖਣਾ ਹੈ। ਸੋ ਅਬਰਾਹਮ ਲਿੰਕਨ ਨੇ ਵੀ ਉਸ ਟਾਈਮ ਦਾ ਜਿਹੜਾ ਬੈਸਟ ਮੈਥਡ ਹੈ ਕਮਿਊਨੀਕੇਟ ਕਰਨ ਦਾ ਮੀਨਸ ਲੈਟਰ ਜਿਹੜਾ ਹੈ ਉਹਨਾਂ ਨੇ ਯੂਜ਼ ਕੀਤਾ। ਤਾਂ ਅੱਜ ਆਪਾਂ ਡਿਸਕਸ ਕਰਾਂਗੇ ਕਿ ਉਹਨਾਂ ਨੇ ਇਸ ਲੈਟਰ ਦੇ ਵਿੱਚ ਆਪਣੇ ਬੱਚੇ ਦੀ ਟੀਚਰ ਨੂੰ ਕਿਹੜੇ ਪੁਆਇੰਟਸ ਮੈਂਸ਼ਨ ਕੀਤੇ ਸੋ ਦੈਟ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਇੱਕ ਅੱਛਾ ਇਨਸਾਨ ਬਣ ਸਕੇ। ਸੇਮ ਇਹ ਪੁਆਇੰਟਸ ਤੁਹਾਡੇ 'ਤੇ ਵੀ ਲਾਗੂ ਹੁੰਦੇ ਨੇ ਅਗਰ ਤੁਸੀਂ ਇਸ ਨੂੰ ਫੋਲੋ ਕਰੋਗੇ ਦੈਨ ਯੂ ਵਿਲ ਬੀ ਅ ਗੁੱਡ ਸਿਟੀਜ਼ਨ। ਸੋ ਫਸਟ ਜਿਹੜਾ ਪੁਆਇੰਟ ਹੈ ਇਹਦੇ ਵਿੱਚ ਹੈ all men are not just, all men are not true. all men are not just, all men are not true ਕਿ ਹਰ ਇਨਸਾਨ ਜਿਹੜਾ ਹੈ ਕੋਈ ਵੀ ਇਨਸਾਨ ਜਸਟ ਮਤਲਬ ਨਿਆਂਪੂਰਨ ਨਹੀਂ ਹੁੰਦਾ ਤੇ ਨਾ ਹੀ ਕੋਈ ਹਮੇਸ਼ਾ ਸੱਚਾ ਹੁੰਦਾ। ਕੋਈ ਪਰਫੈਕਟ ਨਹੀਂ ਹੈ ਕਿ ਉਹ ਹਮੇਸ਼ਾ ਸੱਚ ਹੀ ਬੋਲੇ, ਕੋਈ ਪਰਫੈਕਟ ਨਹੀਂ ਹੈ ਕਿ ਉਹ ਨਿਆਂ ਪ੍ਰਤੀ ਵੀ ਸੱਚਾ ਹੋਵੇ ਬਟ ਉਹ ਚਾਹੁੰਦੇ ਨੇ ਕਿ ਜਿਹੜਾ ਉਹਨਾਂ ਦਾ ਬੱਚਾ ਹੈ ਉਹ ਸਕਾਊਂਡਰਲ ਨਾ ਬਣੇ। ਸਕਾਊਂਡਰਲ ਮੀਨਸ ਉਹ ਇੱਕ ਬਦਮਾਸ਼ ਇੱਕ ਨੋਟੀ ਜਿਹੜਾ ਹੈ ਉਹ ਨਾ ਬਣੇ। ਤਾਂ ਉਹਨਾਂ ਨੇ ਜਿਹੜਾ ਪਹਿਲਾ ਪੁਆਇੰਟ ਹੈ ਉਸ ਟੀਚਰ ਨੂੰ ਲਿਖਿਆ all men are not just, all men are not true ਕਿ ਹਰ ਇਨਸਾਨ ਜਸਟ ਨਹੀਂ ਹੈ, ਹਰ ਇਨਸਾਨ ਟਰੂ ਨਹੀਂ ਹੈ ਬਟ ਤੁਸੀਂ ਮੇਰੇ ਬੱਚੇ ਵਿੱਚ ਉਹ ਬੁਰੀਆਂ ਚੀਜ਼ਾਂ ਨੂੰ ਖਤਮ ਕਰਕੇ ਉਹਨੂੰ ਇੱਕ ਅੱਛਾ ਇਨਸਾਨ ਬਣਾਉਣਾ ਹੈ, ਉਹਨੂੰ ਇਹ ਸਿਖਾਉਣਾ ਹੈ ਕਿ ਸੱਚਾਈ ਦੀ ਕੀ ਇੰਪੋਰਟੈਂਸ ਹੈ। ਸੈਕਿੰਡ ਪੁਆਇੰਟ ਹੈ $1 earned is of far more value than 5 found. I'm repeating it. $1 earned is of far more value than 5 found ਕਿ $1 ਕਮਾਇਆ ਹੋਇਆ 5 ਲੱਭੇ ਹੋਏ ਡਾਲਰ ਨਾਲੋਂ ਜ਼ਿਆਦਾ ਕੀਮਤੀ ਹੈ। $1 ਕਮਾਇਆ ਹੋਇਆ 5 ਲੱਭੇ ਹੋਏ ਡਾਲਰਸ ਨਾਲੋਂ ਜ਼ਿਆਦਾ ਕੀਮਤੀ ਹੈ। ਤਾਂ ਇਹਦਾ ਮਤਲਬ ਉੱਥੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਬੱਚਾ ਇੱਕ ਅੱਛਾ ਇਨਸਾਨ ਬਣੇ ਜਿਹਦੇ ਵਿੱਚ ਉਹ ਸਿੱਖੇ ਕਿ ਮਿਹਨਤ ਦੇ ਨਾਲ ਅਗਰ $1 ਵੀ ਕਮਾਇਆ ਤਾਂ ਉਹ ਲੱਭੇ ਹੋਏ $5 ਤੋਂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੈਨ ਥਰਡ ਪੁਆਇੰਟ ਟੇਕ ਡਿਫੀਟ ਐਜ਼ ਵੈਲ ਐਜ਼ ਵਿਕਟਰੀ in an honorable fashion. Take defeat ਹੁੰਦੀ ਹੈ ਹਾਰ, ਵਿਕਟਰੀ ਜਿੱਤ। ਤਾਂ ਉਹ ਆਪਣੀ ਹਾਰ ਤੇ ਆਪਣੀ ਜਿੱਤ ਦੋਨਾਂ ਨੂੰ ਬਰਾਬਰ ਹੀ ਐਕਸੈਪਟ ਕਰੇ। ਅਗਰ ਉਹ ਜਿੱਤ ਰਿਹਾ ਤਾਂ ਵੀ ਖੁਸ਼ ਰਹੇ, ਅਗਰ ਉਹ ਹਾਰ ਰਿਹਾ ਤਾਂ ਵੀ ਉਸ ਚੀਜ਼ ਨੂੰ ਐਕਸੈਪਟ ਕਰੇ ਸੋ ਦੈਟ ਉਹ ਆਪਣੀ ਲਾਈਫ ਦੇ ਵਿੱਚ ਅੱਗੇ ਵਧੇ। ਇਹ ਨਹੀਂ ਹੈ ਕਿ ਉਹ ਆਪਣੀ ਹਾਰ ਤੋਂ ਮਾਯੂਸ ਹੋ ਜਾਏ ਤੇ ਦੁਬਾਰਾ ਆਪਣੀ ਸਕਸੈਸ ਵੱਲ ਅੱਗੇ ਹੀ ਨਾ ਵਧੇ। ਕੀਪ ਅਵੇ ਫਰੋਮ ਐਨਵੀ। Envy is a kind of jealousy ਜਿਹੜੀ ਅਸੀਂ ਇੱਕ ਦੂਸਰੇ ਦੇ ਨਾਲ ਨਫ਼ਰਤ ਰੱਖਦੇ ਹਾਂ। ਸੋ envy is a kind of jealousy but envy ਜਿਹੜੀ ਹੈ ਉਹ jealousy ਤੋਂ ਥੋੜੀ ਜਿਹੀ ਡਿਫਰੈਂਟ ਹੈ। jealousy ਜਿਹੜੀ ਹੈ ਉਹ ਨੈਗੇਟਿਵ ਦੇ ਵਿੱਚ ਆਉਂਦੀ ਹੈ ਔਰ envy ਪੋਜ਼ਿਟਿਵ ਦੇ ਵਿੱਚ। ਤਾਂ ਇੱਥੇ ਉਹ ਚਾਹੁੰਦੇ ਨੇ ਕਿ ਜਿਹੜਾ ਮੇਰਾ ਬੱਚਾ ਹੈ ਉਹ ਜੈਲਸ ਤੋਂ ਦੂਰ ਰਹੇ, ਕਿਸੇ ਦੇ ਨਾਲ ਨਫ਼ਰਤ ਨਾ ਕਰੇ, ਸਭ ਦੇ ਨਾਲ ਪਿਆਰ ਦੇ ਨਾਲ ਰਹੇ। learn about wonderful books and find time for beauties, mysteries of nature. Learn about wonderful books. अच्छी किताबां बारे पढ़े कि उन्हां किताबां दे विच लिखिया होया ते नाल दी नाल and find time for beauties and mysteries of nature.
ਮਿਸਟਰੀਜ਼ ਮੀਨਸ ਰਹੱस्य ਕਿ ਨੇਚਰ ਦੇ ਵਿੱਚ ਜਿਹੜੇ ਰਹੱस्य ਛੁਪੇ ਨੇ ਕਿ ਨੇਚਰ ਕਿੱਦਾਂ ਬਣਦੀ ਹੈ, ਨੇਚਰ ਨੇ ਇੰਨੀ ਅੱਛੀ ਚੀਜ਼ਾਂ ਕਿੱਦਾਂ ਬਣਾਈਆਂ, ਉਹ ਇਹਨਾਂ ਚੀਜ਼ਾਂ ਨੂੰ ਵੀ ਸਿੱਖੇ। To fail is better than to cheat. To fail is better than to cheat. Exams ਦੇ ਵਿੱਚ ਚੀਟ ਕਰਨ ਦੀ ਬਜਾਏ ਉਹ ਇਹ ਸਿੱਖੇ ਕਿ ਮੈਂ ਫੇਲ ਹੋਣਾ ਬੈਟਰ ਪਸੰਦ ਕਰਾਂਗਾ। ਚੀਟਿੰਗ ਨਾਲ ਉਹ ਪਾਸ ਨਾ ਹੋਏ, ਉਹ ਇਹ ਸਿੱਖੇ ਕਿ ਫੇਲ ਹੋਣਾ ਚੀਟਿੰਗ ਨਾਲੋਂ ਬੈਟਰ ਹੈ। Have faith in his own ideas. Have faith in his own ideas. ਤਾਂ ਇਹਦੇ ਨਾਲ ਮਤਲਬ ਇਹ ਹੈ ਕਿ ਉਹ ਇੰਨਾ ਕੁ ਕੈਪੇਬਲ ਹੋ ਜਾਏ, ਇੰਨਾ ਕੁ ਸਿੱਖ ਜਾਵੇ ਕਿ ਜਿਹੜੇ ਉਹਦੇ ਆਈਡੀਆਜ਼ ਨੇ ਉਸ ਦੇ ਉੱਤੇ ਉਹਨੂੰ ਫੇਥ ਹੋਵੇ। ਉਹ ਆਪਣੀ ਹਰ ਛੋਟੀ ਛੋਟੀ ਗੱਲ ਦੇ ਲਈ ਦੂਸਰੇ 'ਤੇ ਡਿਪੈਂਡ ਨਾ ਹੋਵੇ, ਉਹਨੂੰ ਇਹ ਨਾ ਸੋਚਣਾ ਪਵੇ ਕਿ ਮੇਰੀ ਗੱਲ ਗਲਤ ਹੈ ਔਰ ਦੂਸਰੇ ਦੀ ਸਹੀ। ਤਾਂ ਹੀ ਸ਼ੁੱਡ ਹੈਵ ਫੇਥ ਇਨ ਹਿਜ਼ ਓਨ ਆਈਡੀਆਜ਼। All men are not just, all men are not true. This is the most important line. So write it in your notebook. It will be helpful for you for your exams. Now next point is be gentle with the gentle and tough with the tough. Be gentle with the gentle and tough with the tough. ਕਿ ਉਸਦਾ ਬੱਚਾ ਇਹ ਸਿੱਖੇ ਕਿ ਨਰਮ ਲੋਕਾਂ ਦੇ ਨਾਲ ਨਰਮੀ ਨਾਲ ਕਿਵੇਂ ਗੱਲ ਕਰਨਾ ਹੈ ਔਰ ਜੋ ਲੋਕ ਟਫ ਨੇ ਉਹਨਾਂ ਦੇ ਨਾਲ ਕਿਵੇਂ ਗੱਲ ਕਰਨਾ ਹੈ। ਕਿ ਮਤਲਬ ਜੋ ਬੁਲੀਜ਼ ਨੇ, ਜੋ ਗੁੱਸੇ ਵਾਲੇ ਨੇ, ਜੋ ਨੌਟੀ ਨੇ, ਉਹਨਾਂ ਨੂੰ ਵੀ ਕਿਵੇਂ ਹੈਂਡਲ ਕਰਨਾ ਹੈ ਉਹ ਵੀ ਉਹ ਸਿੱਖੇ। ਨੈਕਸਟ ਪੁਆਇੰਟ ਇਜ਼ ਡੋਂਟ ਫੋਲੋ ਬਿਟਨ ਪਾਥ ਆਫ ਸਕਸੈਸ। ਮੀਨਸ ਕਿ ਉਹ ਰੈਟ ਰੇਸ ਦਾ ਹਿੱਸਾ ਨਾ ਬਣੇ ਕਿ ਇੱਕ ਦੇ ਪਿੱਛੇ ਲੱਗ ਕੇ ਉਹ ਆਪਣੀ ਸਕਸੈਸ ਵੱਲ ਨਾ ਤੁਰੇ। ਉਹ ਸਿੱਖੇ ਕਿ ਨਿਊ ਆਈਡੀਆਜ਼ ਦੇ ਨਾਲ, ਨਿਊ ਇਮੈਜੀਨੇਸ਼ਨ ਦੇ ਨਾਲ, ਕ੍ਰੀਏਟਿਵ ਆਈਡੀਆਜ਼ ਦੇ ਨਾਲ ਉਹ ਸਕਸੈਸ ਕਿਵੇਂ ਪਾ ਸਕਦਾ ਹੈ। ਸੋ ਡੋਂਟ follow the beaten path of success. Next point is listen to all but accept only what is good. Listen to all but accept only what is good. सब दी सुने but करे वही जो अच्छा है। सब दी सुन ले, जिसने भी जो आइडियाज देते हैं वो सीखे। ये नहीं कि सब नू ना करे कि मैं नहीं सुनना, वो ये सीखे कि सुनना किवें है हर एक दी गल नू, बट करे वही जो अच्छा है। नेक्स्ट learn to laugh when sad. ਜਦੋਂ ਉਦਾਸ ਹੈ ਉਹ ਇਹ ਸਿੱਖੇ ਕਿ ਮੈਂ ਲਾਫ ਕਿਵੇਂ ਕਰਨਾ ਹੈ, ਖੁਸ਼ ਕਿਵੇਂ ਰਹਿਣਾ ਹੈ। ਹਮੇਸ਼ਾ ਆਪਣੀ ਸੈਡਨੈਸ ਦੇ ਕਰਕੇ ਡਿਮੋਰਲਾਈਜ਼ ਨਾ ਹੋਵੇ ਕਿ ਸੈਡ ਹੈ ਔਰ ਇਹ ਕਦੀ ਨਾ ਸਿੱਖੇ ਕਿ ਮੈਂ ਕਿਸੇ ਨਾਲ ਗੱਲ ਕਿਵੇਂ ਕਰਨੀ ਹੈ। ਹੀ ਸ਼ੁੱਡ ਲਰਨ ਦੈਟ ਹਾਊ ਟੂ ਲਾਫ ਵੈਨ ਹੀ ਇਜ਼ ਸੈਡ। ਦੈਨ ਨੈਕਸਟ ਪੁਆਇੰਟ ਇਜ਼ ਬਿਵੇਅਰ ਆਫ ਦੋਜ਼ ਹੂ ਸਪੀਕ ਟੂ ਸਵੀਟਲੀ। ਬਿਵੇਅਰ ਆਫ ਦੋਜ਼ who speak too sweetly. ਉਹ ਇਹ ਵੀ ਸਿੱਖੇ ਕਿ ਮੈਂ ਇਸ ਤਰ੍ਹਾਂ ਦੇ ਲੋਕਾਂ ਤੋਂ ਕਿਵੇਂ ਬਚਣਾ ਹੈ। ਬਿਵੇਅਰ ਮੀਨਸ ਬਚ ਕੇ ਰਹਿਣਾ। ਉਹ ਇਹ ਵੀ ਸਿੱਖੇ ਕਿ ਮੈਂ ਇਸ ਤਰ੍ਹਾਂ ਦੇ ਲੋਕਾਂ ਤੋਂ ਕਿਵੇਂ ਬਚਣਾ ਹੈ ਜੋ ਬਹੁਤ ਹੀ ਮਿੱਠਾ ਜਾਂ ਬਹੁਤ ਹੀ ਪਿਆਰ ਨਾਲ ਗੱਲ ਕਰ ਰਹੇ ਹੈ। ਅਕਸਰ ਇੱਦਾਂ ਹੁੰਦਾ ਹੈ ਕਿ ਜੋ ਤੁਹਾਡੇ ਸਾਹਮਣੇ ਬਹੁਤ ਮਿੱਠਾ, ਬਹੁਤ ਪਿਆਰ ਨਾਲ ਗੱਲ ਕਰਦੇ ਹੈ, ਸਮਟਾਈਮਸ ਦੇ ਬਿਹੇਵ ਐਜ਼ ਅ ਕਨਿੰਗ ਨੇਚਰ। ਕਨਿੰਗ ਮਤਲਬ ਚਲਾਕ। ਉਹ ਅੱਗੇ ਕੁਛ ਹੋਰ ਹੁੰਦਾ ਹੈ ਤੁਹਾਡੇ ਸਾਹਮਣੇ ਔਰ ਤੁਹਾਡੀ ਪਿੱਠ ਪਿੱਛੇ ਕੁਛ ਹੋਰ। ਤਾਂ ਇਹ ਚਾਹੁੰਦੇ ਨੇ, ਅਬਰਾਹਮ ਲਿੰਕਨ ਵਾਂਟਸ ਕਿ ਉਸਦਾ ਜਿਹੜਾ ਬੇਟਾ ਹੈ, ਉਸਦਾ ਜਿਹੜਾ ਸਨ ਹੈ, ਉਹ ਇਹ ਸਿੱਖ ਜਾਵੇ ਕਿ ਉਹਨਾਂ ਲੋਕਾਂ ਤੋਂ ਕਿਵੇਂ ਬਚ ਕੇ ਰਹਿਣਾ ਹੈ ਹੂ ਸਪੀਕ ਟੂ ਸਵੀਟਲੀ। ਨੈਕਸਟ ਪੁਆਇੰਟ ਨੈਵਰ ਸੈਲ ਹਾਰਟ ਐਂਡ ਸੋਲ। ਕਿ ਉਹ ਆਪਣੇ ਜ਼ਮੀਰ ਨੂੰ, ਆਪਣੀ ਆਤਮਾ ਨੂੰ ਕਦੀ ਪੈਸੇ ਪਿੱਛੇ ਨਾ ਵੇਚੇ, ਕਦੀ ਬੁਰੇ ਕੰਮ ਦੇ ਪਿੱਛੇ ਜਾ ਕੇ ਨਾ ਵੇਚੇ। ਹਮੇਸ਼ਾ ਇੱਕ ਅੱਛਾ ਪਾਥ ਫੋਲੋ ਕਰੇ, ਹਮੇਸ਼ਾ ਸੱਚਾਈ ਦੇ ਰਸਤੇ ਵੱਲ ਚੱਲੇ, ਇੱਕ ਆਨਰੇਬਲ ਪਰਸਨ ਬਣੇ। ਇਫ ਹੀ ਇਜ਼ ਰਾਈਟ then stand firmly and fight bravely. If he is right then stand firmly and fight bravely. कि अगर वो सही है किसी गल उत्ते तो उस गल ते अड़िया रहे। Firmly means strongly. Firmly, strongly. तो strongly अपने उस point दे उत्ते अड़िया रहे and fight bravely और अपनी गल नू सही साबित कर लिए तब तक लड़दा रहे। Next point, have courage to be impatient. उसके अंदर करेज होनी चाहिए, हिम्मत होनी चाहिए कि किवें अपने आप नू पेशेंस रखनी है, किवें हर हालात विच उसने अपने आप नू बैलेंस करके रखना है। ये नहीं कि हर चीज़ लिए बड़ा एक्साइटेड होवे और कोई भी काम बड़ा जल्दबाजी विच करे। ही शुड हैव द करेज टू बी इम्पेशेंट। सो दीज आर 15 points that we have discussed. जेंटल ना जेंटल, हार्ड नाल हार्ड। ही शुड लर्न कि डॉलर जड़ा अर्न करना है वो 5 पाउंड नालों बहुत ज़्यादा अच्छा है। ही शुड लर्न दैट कि स्काउंड्रल जड़ा है, जड़ा बदमाश होंदा है, उसके अच्छे अंदर भी कुछ एक अच्छा इंसान होंदा है। तो वही अपनी टीचर नू रिक्वेस्ट कर रहा है, अपने बेटे की टीचर नू, कि वो एक
ਉਸਦੇ ਬੇਟੇ ਦੇ ਵਿੱਚ ਇੱਕ ਅੱਛਾ ਪਰਸਨ ਫਾਈਂਡ ਆਊਟ ਕਰੇ। ਹੋ ਸਕਦਾ ਹੈ ਉਹ ਬੱਚਾ ਗਲਤੀ ਕਰੇ, ਹੋ ਸਕਦਾ ਉਹ ਬੱਚਾ ਸ਼ਰਾਰਤੀ ਹੋਵੇ, ਹੋ ਸਕਦਾ ਉਹ ਬੱਚਾ ਕੁਝ ਹੋਰ ਵੀ ਇਹੋ ਜਿਹੀ ਇੰਪੇਸ਼ੈਂਸ ਵਾਲੀਆਂ ਗੱਲ ਕਰੇ, ਬਟ ਹੀ ਵਾਂਟਸ ਕਿ ਉਸਦਾ ਸਨ ਇਹ ਸਭ ਚੀਜ਼ਾਂ ਸਿੱਖੇ, ਔਰ ਉਹ ਚਾਹੁੰਦਾ ਹੈ, ਟੀਚਰ ਨੂੰ ਰਿਕੁਐਸਟ ਕਰ ਰਿਹਾ ਹੈ ਕਿ ਉਹ ਇਹ ਸਭ ਚੀਜ਼ਾਂ ਉਸ ਬੱਚੇ ਨੂੰ ਸਿਖਾਵੇ। We have discussed the points. Now at the end, Lincoln tells the teacher that he should treat his son gently but he shouldn't cuddle him. Means ਉਹ ਰਿਕੁਐਸਟ ਕਰ ਰਿਹਾ, ਆਪਣੇ ਟੀਚਰ ਨੂੰ ਬੋਲ ਰਿਹਾ ਹੈ ਕਿ ਉਹ ਉਸਦੇ ਬੱਚੇ ਨਾਲ ਜੈਂਟਲੀ ਬਿਹੇਵ ਕਰੇ, ਨਰਮਾਈ ਨਾਲ ਬਿਹੇਵ ਕਰੇ, ਬਟ ਕਡਲ ਨਾ ਕਰੇ। ਕਡਲ ਮਤਲਬ ਉਹਨੂੰ ਗਲੇ ਲਗਾ ਕੇ ਨਾ ਰੱਖੇ, ਇਸ ਤਰ੍ਹਾਂ ਦਾ ਬੱਚਾ ਨਾ ਬਣਾਏ ਕਿ ਉਹ ਬਹੁਤ ਪੈਂਪਰ ਹੋ ਜਾਏ, ਉਹਨੂੰ ਇਹ ਲੱਗੇ ਕਿ ਟੀਚਰ ਮੈਨੂੰ ਕੁਝ ਨਹੀਂ ਕਹਿ ਰਹੀ। Lincoln calls his son a fine little fellow. ਤਾਂ ਉਹ ਟੀਚਰ ਨੂੰ ਕਹਿ ਰਹੇ ਕਿ ਮੇਰਾ ਜਿਹੜਾ ਬੱਚਾ ਹੈ ਉਹ ਇੱਕ ਛੋਟਾ ਜਿਹਾ ਹੈ, ਕਿਉਂਕਿ ਉਹ ਫਸਟ ਡੇ ਹੈ ਉਸਦੇ ਬੱਚੇ ਦਾ ਸਕੂਲ ਦੇ ਵਿੱਚ, ਔਰ ਉਹ ਫਸਟ ਡੇ ਦੇ ਵਿੱਚ ਹੀ ਉਸ ਟੀਚਰ ਨੂੰ ਉਹਨਾਂ ਨੇ ਲੈਟਰ ਲਿਖਿਆ ਹੈ। ਸੋ ਦੈਟਸ ਵਾਈ ਹੀ ਕਾਲਡ ਹਿਸ ਸਨ ਅ ਫਾਈਨ ਲਿਟਲ ਫੈਲੋ। Lincoln knows that it is a big task for the teacher to make his son what he wants him to be. ਔਰ ਉਹ ਇਹ ਵੀ ਰਿਕੁਐਸਟ ਕਰ ਰਹੇ ਟੀਚਰ ਨੂੰ ਕਿ ਮੈਨੂੰ ਪਤਾ ਹੈ ਕਿ ਟੀਚਰ ਦੇ ਲਈ ਇਹ ਟਾਸਕ ਜਿਹੜਾ ਹੈ ਬਹੁਤ ਡਿਫਿਕਲਟ ਹੈ, ਕਿਉਂਕਿ ਜੋ ਮੈਂ ਆਪਣੇ ਬੱਚੇ ਨੂੰ ਬਣਾਉਣਾ ਚਾਹ ਰਿਹਾ, ਜੋ ਮੈਂ ਉਹ ਪੁਆਇੰਟਸ ਤੁਹਾਡੇ ਵਿੱਚ ਲੈਟਰ ਦੇ ਵਿੱਚ ਮੈਂਸ਼ਨ ਕੀਤੇ ਨੇ, ਉਹ ਇੱਕ ਟੀਚਰ ਦੇ ਲਈ ਕਾਫੀ ਵੱਡਾ ਟਾਸਕ ਹੈ ਕਿ ਬੱਚੇ ਨੂੰ ਹਰ ਚੀਜ਼ ਸਿਖਾਉਣੀ, ਹਰ ਚੀਜ਼ ਸਮਝਾਉਣੀ। For the teacher, it is a difficult task that he wants his son to be. But he requests the teacher to do what he can in this respect. But ਫਿਰ ਵੀ ਉਹ ਰਿਕੁਐਸਟ ਕਰ ਰਿਹਾ ਟੀਚਰ ਨੂੰ ਕਿ ਉਸ ਕੋਲੋਂ ਜੋ ਵੀ ਬਣ ਸਕਦਾ ਉਹ ਆਪਣਾ ਬੈਸਟ ਐਫਰਟ ਕਰੇ। ਤਾਂ ਮਤਲਬ ਇਹਨਾਂ ਪੁਆਇੰਟਸ ਤੋਂ ਸਾਨੂੰ ਪਤਾ ਚੱਲ ਰਿਹਾ ਹੈ that Lincoln wants that his son should be wise, his son should be intelligent, his son should be an honest person. ਉਹ ਇਹ ਚਾਹੁੰਦੇ ਨੇ ਕਿ ਮੇਰਾ ਜਿਹੜਾ ਬੱਚਾ ਹੈ ਉਹ ਸਮਝਦਾਰ ਬਣੇ, ਇੰਟੈਲੀਜੈਂਟ ਬਣੇ, ऑनरेबल ਬਣੇ, ऑनेस्ट ਬਣੇ, ईमानदार ਬਣੇ, ਗਲਤ ਚੀਜ਼ ਵੱਲ ਨਾ ਜਾਵੇ, ਸੈਡ ਨਾ ਹੋਵੇ। ਅਗਰ ਉਹ ਸੈਡ ਹੈ ਤਾਂ ਇਹ ਸਿੱਖੇ ਕਿ ਉਹ ਸੈਡਨੈਸ ਦੇ ਵਿੱਚ ਵੀ ਉਹਨੇ ਲਾਫ ਕਿਵੇਂ ਕਰਨਾ ਹੈ, ਖੁਸ਼ ਕਿਵੇਂ ਰਹਿਣਾ ਹੈ। ਮਤਲਬ ਉਹ ਹਰ ਚੀਜ਼ ਨੂੰ ਐਕਸੈਪਟ ਕਰੇ, ਚਾਹੇ ਉਹ ਵਿਕਟਰੀ ਹੈ ਚਾਹੇ ਉਹ ਡਿਫੀਟ ਹੈ, ਬਰਾਬਰ ਬੈਲੈਂਸ ਕਰਕੇ ਉਹ ਚਲੇ। ਸੋ ਹੀ ਇਜ਼ ਰਿਕੁਐਸਟਿੰਗ ਦ ਟੀਚਰ दैट टू डू वट ही कैन इन दिस रिस्पेक्ट, कि वो कर सके जो ਉਹਦੇ ਕੋਲੋਂ पॉसिबल है। तो ये सारे पॉइंट्स तो सानू पता चल रहे कि अब्राहम लिंकन जो है वो अपने बेटे दी टीचर ਨੂੰ रिक्वेस्ट कर रहे हैं। वो सारे पॉइंट्स तो जो ਆਪਾਂ डिस्कस ਕੀਤੇ ਨੇ कि वो एक डिफिकल्ट टास्क है टीचर ਦੇ लिए, बट टीचर जिन्ना पॉसिबल है वो कर सके। So we have discussed the points, main points of the chapter. Now let us discuss the glossary of the chapter. Means जो new words ਤੁਸੀਂ ਉਸ chapter ਦੇ ਵਿੱਚ read ਕੀਤੇ ਹੈ, new words ਉਹਦੇ ਵਿੱਚ ਦੇਖਦੇ ਹੋ, ਉਹਨਾਂ ਨੂੰ ਅਸੀਂ glossary ਬੋਲਦੇ ਹਾਂ। ਤਾਂ ਹੁਣ ਆਪਾਂ ਉਹਨਾਂ ਨੂੰ ਵੀ discuss ਕਰਾਂਗੇ। First point is scoundrel. Pronounce it scoundrel. Scoundrel means unprincipled person. ਅਨਪ੍ਰਿੰਸੀਪਲਡ ਪਰਸਨ ਮਤਲਬ ਉਹ ਲੋਕ ਜਿਨ੍ਹਾਂ ਦੀ ਲਾਈਫ ਦੇ ਵਿੱਚ ਕੋਈ ਪ੍ਰਿੰਸੀਪਲ ਵੈਲਿਊਜ਼ ਨਹੀਂ ਹੁੰਦੀਆਂ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਬਦਮਾਸ਼ ਇਨਸਾਨ ਜਾਂ ਸ਼ਰਾਰਤੀ ਇਨਸਾਨ ਜਾਂ ਦੁਸ਼ਮਣ ਵਿਅਕਤੀ, ਉਹ ਨੇਚਰ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਅਸੀਂ ਬੋਲਦੇ ਹਾਂ scoundrel. So in this letter he was requesting to the teacher that there might be a hero in a scoundrel, कि हो सकता है कि किसी scoundrel ਦੇ ਵਿੱਚ ਇੱਕ ਹੀਰੋ ਵੀ ਹੋਵੇ। ਤਾਂ ਉਹ ਰਿਕੁਐਸਟ ਕਰ ਰਹੇ ਸੀ ਟੀਚਰ ਨੂੰ ਕਿ ਉਹ ਹੀਰੋ ਹੀ ਜਿਹੜਾ ਹੈ ਉਹਨਾਂ ਨੇ ਉਹ ਨਿਕਾਲਣਾ ਉਸ ਬੱਚੇ ਦੇ ਵਿੱਚ। ਸੈਕਿੰਡ ਵਨ ਇਜ਼ ਡੈਡੀਕੇਟਿਡ। ਡੈਡੀਕੇਟਿਡ ਮੀਨਸ ਕਮਿਟਡ, मतलब कि ਜਦੋਂ ਅਸੀਂ ਕਿਸੇ ਕੰਮ ਦੇ ਲਈ ਇੱਕ ਸਟਰੋਂਗ ਡਿਟਰਮੀਨੇਸ਼ਨ ਰੱਖ ਲੈਂਦੇ ਹਾਂ ਕਿ ਅਸੀਂ ਇਸ ਚੀਜ਼ ਨੂੰ ਅਚੀਵ ਕਰਨਾ ਹੈ, ਤਾਂ ਉਹ ਜਿਹੜੀ ਡੈਡੀਕੇਸ਼ਨ ਹੈ, ਉਹ ਜਿਹੜੀ ਕਮਿਟਮੈਂਟ ਹੈ, ਉਹ ਪ੍ਰੂਵ ਕਰਦੀ ਹੈ that we are a dedicated person. Bully, one who uses one's strength to hurt others. ਉਹ ਇਨਸਾਨ ਜਿਹੜਾ ਆਪਣੀ ਤਾਕਤ ਦੂਸਰਿਆਂ ਨੂੰ ਹਰਟ ਕਰਨ ਦੇ ਲਈ ਯੂਜ਼ ਕਰੇ, ਉਸਨੂੰ ਅਸੀਂ ਬੋਲਦੇ ਹਾਂ ਬੁਲੀ। ਵਨ ਹੂ ਯੂਜ਼ਸ ਵਨ ਸਟਰੈਂਥ ਮੀਨਸ ਪਾਵਰ, ਤਾਕਤ, ਟੂ ਹਰਟ ਅਦਰਸ, ਦੂਸਰਿਆਂ ਨੂੰ ਹਰਟ ਕਰਨ ਦੇ ਲਈ ਜੋ ਆਪਣੀ ਸਟਰੈਂਥ ਨੂੰ ਯੂਜ਼ ਕਰਦਾ ਹੈ ਉਸਨੂੰ ਅਸੀਂ ਬੁਲੀ ਬੋਲਦੇ ਹਾਂ। ਫਿਰ ਐਟਰਨਲ, ਲਾਸਟਿੰਗ ਫੋਰਐਵਰ, ਉਹ ਚੀਜ਼ ਜੋ ਕਾਫੀ ਦੇਰ ਤੱਕ ਰਵੇ, ਦੈਟ ਇਜ਼ ਐਟਰਨਲ।
ਜਦੋਂ ਤੁਹਾਨੂੰ ਨੇਚਰ ਨੂੰ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਇੱਕ ਸ਼ਾਂਤੀ ਜਿਹੀ ਮਿਲਦੀ ਹੈ ਨਾ, ਦੈਟ ਇਜ਼ ਦ ਇੰਟਰਨਲ ਪੀਸ। ਉਹ ਇਟਰਨਲ ਪੀਸ ਹੈ ਜਿਹੜੀ ਹਮੇਸ਼ਾ ਇੱਕ ਮਾਈਂਡ ਦੇ ਵਿੱਚ ਰਹਿੰਦੀ ਹੈ, ਦੈਟ ਲਾਸਟਿੰਗ ਫੋਰਐਵਰ। ਦੈਨ ਹਾਊਲ ਟੂ ਕਰਾਈ ਲਾਊਡਲੀ, ਜ਼ੋਰ ਦੀ ਰੋਣਾ, ਉਸਨੂੰ ਅਸੀਂ ਬੋਲਦੇ ਹਾਂ ਹਾਊਲ। courage the ability to control fear while facing danger, ਕਿ ਜਦੋਂ ਤੁਸੀਂ ਮੁਸੀਬਤ ਵਿੱਚ ਹੋ, ਖਤਰੇ ਵਿੱਚ ਹੋ, ਔਰ ਉਦੋਂ ਤੁਸੀਂ ਆਪਣੇ ਜਦੋਂ ਫੀਅਰ ਨੂੰ, ਆਪਣੇ ਡਰ ਨੂੰ ਕੰਟਰੋਲ ਕਰਦੇ ਹੋ, ਉਸ ਨੂੰ ਅਸੀਂ ਬੋਲਦੇ ਹਾਂ, ਉਸ ਐਬਿਲਿਟੀ ਨੂੰ ਬੋਲਦੇ ਹਾਂ courage. One should have the courage to face the victory as well as defeat. Then sublime of the best kind, मतलब सब तो उत्तम, बेस्ट क्वालिटी जिन्होंने अपन बोलते हैं उत्तम, sublime. Scoundrel, dedicated, bully, eternal, howl, courage, sublime. And here are few more words that I'm going to write. Cudgel. The next word is cuddle. ਆਪਾਂ ਪਹਿਲਾਂ ਹੀ डिस्कस ਕੀਤਾ ਸੀ, गले लगाना, to hold someone tightly, to show love. ਜਿਵੇਂ ਤੁਹਾਡੀ ਮਦਰ ਜਿਹੜੀ ਹੈ ਉਹ ਤੁਹਾਨੂੰ ਕਡਲ ਕਰਦੀ ਹੈ, ਤੁਹਾਨੂੰ ਗਲੇ ਲਗਾਉਂਦੀ ਹੈ, so to hold someone tightly to show love. Lick, defeat, ਹਰਾना. लिक इज डिफीट। तो उन्होंने उत्थे रिक्वेस्ट की सी टीचर नू कि जिहड़ा मेरा बेटा है, मेरा सन है, ਉਹ डिफीट और विक्ट्री दोनों नू एक्सेप्ट करे। ये नहीं कि जदों डिफीट हो रहा है वो सैड फील करे। सो ही शुड लर्न दैट डिफीट एंड विक्ट्री आर बोथ इक्वल। देन कम्स टू स्कॉफ एट। स्कॉफ एट इज टू लाफ एट समवन, किसी दे उत्ते हसना, किसी गल दे उत्ते। To laugh at something, किसी गल का मजाक उड़ाना, उन्होंने असी बोलते हैं scoff at. So these are the new words, the glossary that are in the chapter that we have discussed. So few words for new words for you for the 9th class that we have discussed here. So we have discussed the points of the chapter as well as glossary. Now we are going to discuss the vocabulary. जो तेरे chapter दी back दे विच grammar portion देता है, back exercise दे विच अपन भी discuss करन चाह रहे हैं. So here is the match the column in the vocabulary. Here words are given and the meanings are given and we have to match them. इधर words देते हैं, इधर meanings भी देते हैं जिन्हें असी match करना है. First word is selfish. Second one is dedicated. Third one scoundrel. Fourth one honorable. Fifth one impatient. Sixth cynic is the pronunciation जड़ी है cynic. Seventh one just. और इधर meanings देते हैं vocabulary दे विच. One who believes that everyone is bad. One who shows no moral conscience. One who performs his duty with devotion. One who has no patience. One who is reasonable and fair. One who is interested in self only. One who is respected by all. And I hope कि तुसी इन्हां दे meanings जेहड़े हैं मैच कर ले होने हैं. So let us write the answer. Selfish, one who is interested in self only. ਉਹ इंसान जिसनों सिर्फ अपने नाल मतलब हुंदा है is known as selfish. So one who is interested in self only. Second one, dedicated. Dedicated तो अपन meaning हुने discuss किया है committed. So one who performs his duty with devotion. जो अपनी ड्यूटी पूरी मेहनत पूरी लगन दे नाल करदा है, कमिटमेंट दे नाल करदा है, that is the dedicated. Third one is scoundrel. Scoundrel आप पहले ही कि जिन्हों बदमाश हुंदा है, शरारती है. So one who shows no moral conscience. So this one is scoundrel. Fourth one, honorable. Honorable जिदी हर कोई respect करे. So one who is respected by all is honorable. Fifth one is impatient. Impatient, one who has
हैज़ नो पेशेंस, जिस दे विच सबर ना होवे, he is the impatient. Then next one is cynic. Cynic, one who believes that everyone is bad. ਉਹ ਇਨਸਾਨ ਜਿਹੜਾ ਹਰ ਇੱਕ ਨੂੰ ਗਲਤ ਸਮਝੇ, ਬੁਰਾ ਸਮਝੇ, ਉਸਨੂੰ ਆਪਾਂ ਬੋਲਦੇ ਹਾਂ cynic. So next, the last one is just. One who is reasonable and fair. ਉਹ ਇਨਸਾਨ ਜਿਹੜਾ ਰੀਜ਼ਨੇਬਲ ਹੋਵੇ, ਫੇਅਰ ਹੋਵੇ, ਮਤਲਬ ਜਿਹੜਾ ਸੱਚ ਨੂੰ ਸੱਚ ਤੇ ਗਲਤ ਨੂੰ ਗਲਤ ਕਹਿਣ ਵਾਲਾ ਹੋਵੇ, is known as just. So these are the 7 points in the vocabulary. At the back of your chapter ਇਹ ਐਕਸਰਸਾਈਜ਼ ਦਿੱਤੀ ਹੋਈ ਹੈ, ਜਿਹਦੇ ਆਨਸਰਸ ਵੀ ਆਪਾਂ ਨਾਲ ਦੀ ਨਾਲ ਸੋਲਵ ਕਰ ਲਏ. ਅਗਰ ਅਸੀਂ ਚੈਪਟਰ ਅੱਛੀ ਤਰ੍ਹਾਂ ਰੀਡ ਕਰੀਏ, ਅੱਛੀ ਤਰ੍ਹਾਂ ਸਮਝੀਏ, for us it will be helpful to do these kind of things by ourselves. ਅਸੀਂ ਇਹ ਸਭ ਚੀਜ਼ਾਂ ਆਪਣੇ ਆਪ ਕਰ ਸਕਦੇ ਹਾਂ ਅਗਰ ਅਸੀਂ ਇਸ ਚੈਪਟਰ ਨੂੰ ਬੜੇ ਧਿਆਨ ਨਾਲ ਸਮਝਿਆ ਹੋਏਗਾ, ਗਲੋਸਰੀ ਜਿਹੜੀ ਹੈ ਸਾਨੂੰ ਅੱਛੀ ਤਰ੍ਹਾਂ ਪਤਾ ਹੋਏਗੀ. So now next section from the back exercises, fill in the blanks with adjectives forms of the following words. Adjectives ਕੀ ਹੁੰਦੇ ਨੇ? ਉਹ words ਜੋ ਕਿਸੇ noun ਦੀ quality ਜਾਂ quantity ਨੂੰ present ਕਰਨ. ਉਹ words ਜੋ ਕਿਸੇ ਦੀ ਕੁਆਲਿਟੀ ਦੱਸਦੇ ਨੇ, ਕਿਸੇ ਦੀ ਖਾਸੀਅਤ ਦੱਸਦੇ ਨੇ ਜਾਂ ਕੁਆਂਟੀਟੀ ਦੱਸਦੇ ਨੇ, ਮੀਨਸ ਉਹਨਾਂ ਦੀ ਗਿਣਤੀ ਦੱਸਦੇ ਨੇ, ਉਹ words ਨੂੰ ਅਸੀਂ ਬੋਲਦੇ ਹਾਂ ਐਡਜੈਕਟਿਵਸ. ਤਾਂ ਹੁਣ ਇਹ words ਜਿਹੜੇ ਹੈ ਕੁਝ ਸਾਨੂੰ ਦਿੱਤੇ ਹੋਏ ਹੈ, ਚਾਹੇ ਉਹ verb ਹੈ, ਚਾਹੇ ਉਹ noun ਹੈ, ਉसी ਨੂੰ ਅਸੀਂ ਐਡਜੈਕਟਿਵ ਫਾਰਮ ਦੇ ਵਿੱਚ ਚੇਂਜ ਕਰਨਾ. ਸੋ ਨਾਓ ਫਸਟ ਸੈਂਟੈਂਸ ਇਜ਼ Mr. Satish is an dash man. Everyone in the town respects him. अपने को थे words ने honor, courage, enjoy, wonder, faith, envy. और ये words तो ही ऐसी adjective forms बनानी है. तो पहला sentence दोबारा repeat कर रही हूँ मैं. Mr. Satish is an dash man. Everyone in the town respects him. ਉਹ ਇਨਸਾਨ ਜਿਹਦੀ ਹਰ ਕੋਈ ਰਿਸਪੈਕਟ ਕਰੇ is honorable. ਤਾਂ ਇੱਥੇ ਜਿਹੜਾ ਆਨਸਰ ਹੈ ਉਹ ਆਏਗਾ honorable. Mr. Satish is an honorable man. Everyone in the town respects him. Now move to the next sentence. Don't be jealous, be dash. Don't be jealous, be dash. Jealous ਦਾ synonym ਜਿਹੜਾ ਹੈ ਉਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ. envy ਤੋਂ ਬਣ ਗਿਆ envious. ਹੁਣ ਮੈਂ ਦੋਨਾਂ ਦੇ ਮੀਨਿੰਗਸ ਕਲੀਅਰ ਕਰ ਦਿੰਨੀ ਆ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਵੇ. jealous and envious ਔਰ jealousy and envy ਹੈ ਤਾਂ ਦੋਨੋਂ ਹੀ synonyms, ਬਟ ਇੱਕ ਪੋਜ਼ਿਟਿਵ ਵੇ ਦੇ ਵਿੱਚ ਅਸੀਂ ਲੈਂਦੇ ਹਾਂ, ਇੱਕ ਨੈਗੇਟਿਵ ਵੇ ਦੇ ਵਿੱਚ. ਫॉर ਐਗਜ਼ਾਮਪਲ ਤੁਹਾਡੇ ਇੱਕ ਫਰੈਂਡ ਨੇ ਕਿਸੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਉਹਨੂੰ ਦੇਖ ਕੇ ਤੁਹਾਡੇ ਵੀ ਮਨ 'ਚ ਆਇਆ ਕਿ ਤੁਸੀਂ ਵੀ ਪਾਰਟਿਸਿਪੇਟ ਕਰਨਾ ਹੈ, ਠੀਕ ਹੈ. ਉਹ ਹੈ ਐਨਵੀ. ਉਹ ਜੈਲਸੀ ਨਹੀਂ ਹੈ, ਉਹ ਐਨਵੀ ਹੈ ਕਿ ਉਹਨੂੰ ਦੇਖ ਕੇ ਤੁਸੀਂ ਵੀ ਉਸ ਕੰਪੀਟੀਸ਼ਨ ਦੇ ਵਿੱਚ ਆ ਗਏ. ਪੋਜ਼ਿਟਿਵ ਰੀਇਨਫੋਰਸਮੈਂਟ ਹੈ, ਉਹ ਐਨਵੀਅਸ ਹੈ. ਜੈਲਸੀ ਕੀ ਹੈ? ਤੁਹਾਡੇ ਫਰੈਂਡ ਨੇ ਕੰਪੀਟੀਸ਼ਨ 'ਚ ਪਾਰਟਿਸਿਪੇਟ ਕੀਤਾ ਲੇਕਿਨ ਤੁਸੀਂ ਮੈਮ ਨੂੰ ਕਹਿ ਕੇ ਕੰਪਲੇਨ ਕਰਕੇ ਕੁਝ ਵੀ ਉਸਨੂੰ ਉਸ ਕੰਪੀਟੀਸ਼ਨ ਤੋਂ ਬਾਹਰ ਨਿਕਾਲ ਦਿੱਤਾ. ਉਹ ਕੀ ਹੈ? ਜੈਲਸੀ. So jealousy and envious. The dog is a dash animal. Dog is a faithful animal. वफादार. We all know एक truth है, universal truth. The dog is a faithful animal. Swimming through Park Straits was a challenge for Mihir Sen, but he was dash enough to attempt it. ਪਾਰਕ ਸਟਰੀਟ ਜਿਹੜਾ ਹੈ ਉਹ ਓਸ਼ਨ ਦੇ ਜਿਹੜਾ ਹੈ ਆਪਣਾ ਉਹਦੇ ਨਾਲ ਡਿਸਕਸ ਹੈ ਕਿ ਉਹਦੇ ਵਿੱਚ ਜਿਹੜੀ ਉਹਨਾਂ ਨੇ ਸਵਿਮਿੰਗ ਕੀਤੀ ਹੈ ਉਹਨਾਂ ਵਾਸਤੇ ਚੈਲੰਜ ਸੀ. ਕਿਹਨਾਂ ਵਾਸਤੇ? ਮਿਸਟਰ ਮਿਹੀਰ ਸੇਨ ਦੇ ਲਈ. ਬਟ ਹੀ ਵਾਸ ਡੈਸ਼ ਇਨਫ ਟੂ ਅਟੈਂਪਟ ਇਟ. ਹੁਣ ਦੇਖੋ ਸਾਡੇ ਕੋਲ ਪੁਆਇੰਟਸ ਕਿਹੜੇ ਰਹਿ ਗਏ? ਦਿਸ ਵੀ ਹੈਵ ਡਿਸਕਸਡ. ਓਨਲੀ ਕਰੇਜ, enjoy and wonder is left. So here the answer will be courageous. Courage means ability to face the difficulty or danger. अपने fear ਨੂੰ danger ਦੇ ਵਿੱਚ control करना courage है. और जो person करता है उन्हें बोलते हैं courageous. The sunset in the sea presented a dash sight. Sight ਹੁੰਦਾ ਹੈ ਨਜ਼ਾਰਾ.
ਤਾਂ ਜਦੋਂ ਸਨਸੈਟ ਸੀ ਦੇ ਵਿੱਚ ਹੋ ਰਿਹਾ ਹੁੰਦਾ ਹੈ ਤਾਂ ਕਿਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਹੈ? ਇੱਕ ਵੰਡਰਫੁਲ. ਸੋ ਹੇਅਰ ਦ ਆਨਸਰ ਇਜ਼ ਵੰਡਰਫੁਲ. Next is, a trip was really and we had a lot of fun. A trip was really, we had a lot of fun. Enjoy, enjoy तो बन गया enjoyable. So see, vocabulary और grammar section जो chapters ਦੇ ਪਿੱਛੇ ਦਿੱਤੇ ਆ ਉਹਨਾਂ ਦਾ main purpose ਇਹੀ ਹੈ ਕਿ ਤੁਹਾਡੀ ਜਿਹੜੀ grammar ਹੈ, ਤੁਹਾਡੀ vocabulary section ਹੈ ਉਹਨੂੰ ਅਸੀਂ enhance ਕਰ ਸਕੀਏ. ਤਾਂ here are the few words that are in the noun or in the verb form. Noun ਜਾਂ verb ਦੇ ਵਿੱਚ ਦਿੱਤੇ ਹੋਏ ਸੀ ਜਿਨ੍ਹਾਂ ਨੂੰ ਅਸੀਂ adjective forms ਦੇ ਵਿੱਚ change ਕਰਤਾ. adjective ਮਤਲਬ ਕਿਸੇ ਦੀ quality ਜਾਂ ਅਸੀਂ ਜਦੋਂ quantity ਦੱਸਦੇ ਹਾਂ ਉਸ ਦੇ ਵਿੱਚ ਅਸੀਂ ਇਹਨੂੰ change ਕਰਤਾ. The honor becomes honorable, envy becomes envious, faith becomes faithful, courage becomes courageous, and wonder becomes wonderful, and the last one, enjoy, becomes enjoyable. So adjectives we have done. Now we are going to discuss prepositions. Preposition means that tells about the position of a noun or pronoun. जो किसी noun दी position या pronoun दी position बारे दसदे हैं, that words are the prepositions. The first sentence, here is the book that you had asked. ਇਹ ਉਹ ਕਿਤਾਬ ਹੈ ਜਿਸ ਬਾਰੇ ਤੁਸੀਂ ਪੁੱਛਿਆ ਸੀ. You had asked for. Then the emperor ruled dash a vast empire. Emperor ਹੁੰਦਾ ਹੈ king. Empire ਜਿਹੜਾ ਰਾਜ්य ਹੈ, ਸਾਮਰਾज्य ਹੈ. The emperor ruled over a vast empire. Emperor ਨੇ ਇੱਕ ਵੱਡੇ ਸਾਰੇ empire ਦੇ ਉੱਤੇ rule ਕੀਤਾ. The clock is lying on the table. Clock table ਦੇ ਉੱਤੇ ਹੈ. Act according to my instructions. ਮੇਰੀ instructions ਦੇ according ਕੰਮ ਕਰੋ. Act according to my instructions. Don't loiter in the street. ਕਿ street ਦੇ ਵਿੱਚ ਨਾ ਜ਼ਿਆਦਾ ਮਤਲਬ ਬਿਨਾਂ ਕੰਮ ਤੋਂ ਜਿਹੜਾ ਹੈ ਆਪਾਂ ਇੱਧਰ ਉੱਧਰ ਨਾ ਫਿਰੀਏ. Don't loiter in the street. For, over, on, to, in. ਇਹ preposition words ਨੇ. ਜ਼ਰੂਰੀ ਨਹੀਂ ਹੈ ਕਿ ਅਸੀਂ on ਜਿਹੜਾ ਹੈ ਜਾਂ in ਜਿਹੜਾ ਹੈ ਇੱਦਾਂ ਹੀ यूज़ करना है. ਇਹਨਾਂ ਦੇ ਹੋਰ ਵੀ uses हैं because there are so many words that we use as a preposition: in, on, at, by, between, among, so on. So ਇੱਥੇ ਜਿਹੜੇ ਹੈ ਉਹ answers ਜਿਹੜੇ relevant ਸੀ we have mentioned it: for, over, on, to, and the last one is in. So last part we are going to discuss is the pronunciation practice. कुछ वर्ड्स ਜਿਹੜੇ हैं ਉਹ ਤੁਹਾਡੀ ਹੀ ਬੁੱਕ ਦੇ ਵਿੱਚੋਂ ਅਸੀਂ ਲਿੱਤੇ हैं. The sound of E मतलब ਇਸ ਦੇ ਲਈ ਜਿਹੜਾ ਅਸੀਂ symbol use ਕਰਦੇ ਹਾਂ that we use I and two dots and it gives a deep sound. ਵੱਡੀ ਲੰਬੀ ਸਾਊਂਡ ਹੈ ਜੋ ਪੰਜਾਬੀ ਵਿੱਚ ਔਰ ਹਿੰਦੀ ਵਿੱਚ ਅਸੀਂ ਵੱਡੀ ਮਾਤਰਾ ਜਾਂ ਬਿਹਾਰੀ ਦੇ ਲਈ use ਕਰਦੇ ਹਾਂ. So this sound for the pronunciation practice. So let us start. See, seen, seat. ਜਿਹੜੇ ਦੇਖੋ two vowels ਨੇ, ਇੱਥੇ ਸਿੰਗਲ ਹੈ, ਇੱਥੇ ਫਿਰ ਸਾਡੇ ਕੋਲ ਦੋ vowels ਨੇ, ਲੇਕਿਨ ਜਿਹੜਾ ਸਾਊਂਡ ਹੈ ਉਹ ਡੀਪ ਹੈ. seen, seen, seat. these ਸਿੰਗਲ ਹੀ ਹੈ, ਸਿੰਗਲ vowel ਹੈ ਬਟ ਸਾਊਂਡ ਜਿਹੜਾ ਹੈ ਉਹ ਡੀਪ ਹੈ. these. people two vowels और दोनों ही डिफरेंट है. e o बट साउंड e. people अगेन o e. ਇੱਥੇ ਦੇਖੋ e o ਸੀ और इतने o e बट साउंड आएगा e. fetus अगेन सिंगल. machine. receive two e and I. brief I and e. देखो e and I है तावी e दी साउंड दे रहे हैं. I and e भी आया साडे कोल तावी असी e दी साउंड दे रहे हैं. brief key इतने लास्ट विच e y है और उसनों असी फिर e दी साउंड दे रहे हैं. now see whenever there is c ਜਦੋਂ c ਦੇ ਨਾਲ ਵਾਵਲ ਲਗਾਉਣਾ ਹੈ e ਦੀ ਸਾਊਂਡ ਦੇ ਲਈ ਤਾਂ ਅਸੀਂ ਹਮੇਸ਼ਾ e ਤੇ i ਲਗਾਉਂਦੇ ਹਾਂ. ਅਗਰ ਅਸੀਂ ਗੱਲ ਕਰੀਏ ਵਰਡ believe ਤਾਂ ਸਾਡੇ ਕੋਲ ਆਏਗਾ i and e ਪਹਿਲਾਂ ਔਰ ਇੱਥੇ e and i ਪਹਿਲਾਂ. ਇਹ ਫਰਕ ਹੈ
receive, believe. Again we are pronouncing it seen, seen, seat, these, people, fetus, machine, believe, believe, receive, brief, key. I'm writing few more words here to improve our pronunciation. So the words that we are going to take: conceive, again deep E, conceive. Second one, knee. Whenever K and N is there, we will silent this K. तो इस K दी जड़ी है वो sound नहीं आती. So सिर्फ N दी sound रहेगी और इधर रहेगी E. knee. Next one is feel. Feel ਦੇ ਨਾਲ ਹੀ ਮਿਲਦੇ ਜੁਲਦੇ words ਆ ਜਾਂਦੇ हैं. Peel, heel. Peel, heel. Next one, each. Each ਦੇ ਨਾਲ ਹੀ ਮਿਲਦਾ ਜੁਲਦਾ word ਹੈ ਸਾਡੇ ਕੋਲ reach. Teach, beach. See, the sound is E. ज़्यादा लंबी sound देनी है उसी. Each, reach, teach, beach. Feel, peel, heel. Knee, conceive. Next, keep. Keep, deep, peep. Next one. Now here it is not police, not police, it is police. Means O जड़ा है वो अ दी sound दिंदा है. Police, not police, not police, police. Next one is ski. Next, eighth one is peace. ਹੁਣ ਚਾਹੇ peace ए वाला सी या जो ਆਪਾਂ first discuss ਕੀਤਾ ਸੀਗਾ peace. Next one, siege, beat. And there are many more words like heel, H-E-A-L. देखो sound दोनों का almost same है. Heel, heel, but meaning जड़ा है वो different हो जाता है. And there are many other words with the sound of E. ज़्यादा लंबी sound देनी है, deep sound लेके जाना है, जिन्हें तुसी पंजाबी विच या हिंदी विच कहंदे हो कि वड्डी दी मात्रा जड़ा है sound देना है. तो जिथे भी ए वाली स्पैलिंग्स आनगियां उत्थे जेह्ड़े असीं साउंड देना है वो डीप देना है. प्रोनाउंसिएशन जेह्ड़ी है वो साडी डीप होनी चाहिए है, वड्डी दी होनी चाहिए है. कंसीव, नी, फील, पील, हील, ईच, रीच, टीच, बीच, कीप, डीप, पीप, प्लीज, पीस, पीस. तो जड़ा माउथ है वो उन्ना की ओपन होएगा जो तुसी ये सारे वर्ड्स सेम जड़े है, क्योंकि इन्हां दी प्रोनाउंसिएशन सेम है तो अटरेंस भी जड़ी है वो इन्हां दी सेम होएगी. सो आई होप कि जो असी लिटरेचर पोर्शन स्टार्ट किया है इसकी जड़ी है वो तुहानूं हेल्प बहुत रहेगी, क्योंकि लिटरेचर के नाल असी चाहते हैं कि हर बच्चे नूं लिटरेचर सैक्शन के नाल जो बैक के चैप्टर की एक्सरसाइजिज दित्तियां वो भी ईजिली समझ आ जाए. थैंक यू.